सत श्री अकाल। तुसी देख रहे हो D5 Pro पंजाबी TV। मैं हाँ रणजीत सिंह दिओल। ਅੱਜ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਤੇ ਫਤਿਹ ਟਾਈਮ ਦੇ ਮੁੱਖ ਸੰਪਾਦਕ ਸਰਬਜੋਤ ਸਿੰਘ ਸੰਧਾ ਜੀ। ਜੀ ਹਾਂ ਸੰਧਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਕੁਝ ਮੁੱਦਿਆਂ 'ਤੇ ਔਰ ਕਰੋਨਾ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਜਿਹੜੀਆਂ ਨਵੀਆਂ ਜਿਹੜੀਆਂ ਗਾਈਡਲਾਈਨ ਨੇ ਉਹ ਤੇਜ਼ੀ ਨਾਲ ਜੋ ਗਾਈਡਲਾਈਨ ਜਿਹੜੀਆਂ ਚੇਂਜ ਕੀਤੀਆਂ ਜਾ ਰਹੀਆਂ ਔਰ ਸਭ ਤੋਂ ਅਹਿਮ ਗੱਲ ਕਿ ਜੋ ਸਰਕਾਰ ਵੱਲੋਂ ਗੈਰ ਜ਼ਰੂਰੀ ਜਿਹੜੀਆਂ ਦੁਕਾਨਾਂ ਜਿਹੜੀਆਂ ਬੰਦ ਕਰਨ ਵਾਸਤੇ ਕਈਆਂ ਹੋਈਆਂ ਜਿਨ੍ਹਾਂ ਦਾ ਦੁਕਾਨਦਾਰ ਜਿਹੜੇ ਉਹ ਵਿਰੋਧ ਵੀ ਕਰ ਰਹੇ। ਸੰਧਾ ਸਾਹਿਬ, ਇਹ ਮੈਨੂੰ ਥੋੜ੍ਹੀ ਕਨਫਿਊਜ਼ਨ ਆ, ਇਹ ਗੈਰ ਜ਼ਰੂਰੀ ਦੁਕਾਨਾਂ ਕਿਹੜੀਆਂ ਹੁੰਦੀਆਂ? ਦੇਖੋ ਦਿਓਲ ਸਾਹਿਬ, ਗੈਰ ਜ਼ਰੂਰੀ ਦੁਕਾਨਾਂ ਜ਼ਰੂਰ ਹੋ ਸਕਦੀਆਂ ਪਰ ਗੈਰ ਜ਼ਰੂਰੀ ਕਾਰੋਬਾਰ ਨਹੀਂ ਹੋ ਸਕਦੇ। ਦੇਖੋ, ਜਿਸ ਇਨਸਾਨ ਨੇ ਜਿਸ ਕਾਰੋਬਾਰ ਤੋਂ ਆਪਣੇ ਬਾਲ ਬੱਚਿਆਂ ਨੂੰ ਪੜ੍ਹਾਇਆ ਜਾਂ ਪੜ੍ਹਾ ਰਿਹਾ ਆ, ਜਿਸ ਕਾਰੋਬਾਰ ਦੇ ਨਾਲ ਉਸਦਾ ਪਰਿਵਾਰ ਚੱਲ ਰਿਹਾ, ਉਹ ਕਾਰੋਬਾਰ ਕਦੇ ਗੈਰ ਜ਼ਰੂਰੀ ਨਹੀਂ ਹੁੰਦਾ। ਪਰ ਸਮੇਂ ਦੇ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਅੱਜ ਸਰਕਾਰ ਵੱਲੋਂ ਜੋ ਵੱਖ-ਵੱਖ ਸਮੇਂ 'ਤੇ ਜਿਹੜੀਆਂ ਗਾਈਡਲਾਈਨਸ ਆ ਰਹੀਆਂ ਆ, ਉਹਨਾਂ ਨੂੰ ਲੋਕ ਮੈਂ ਸਮਝਦਾ ਹਾਂ ਕਿ ਕਿਸੇ ਨਾ ਕਿਸੇ ਹੱਦ ਤੱਕ ਫੋਲੋ ਕਰਨ ਤੋਂ ਗਰੇਜ ਵੀ ਕਰ ਰਹੇ ਆ। ਤੁਸੀਂ ਇਸ ਚੀਜ਼ ਨੂੰ ਦੇਖੋ ਬਾਜ਼ਾਰਾਂ ਦੇ ਵਿੱਚ ਜਾ ਕੇ ਕਿ ਪਿਛਲੇ ਸਾਲ ਦੇ ਮੁਕਾਬਲੇ ਕਿ ਜਿੰਨਾ ਪਿਛਲੇ ਸਾਲ ਲੋਕਾਂ ਨੇ ਉਹਦੀਆਂ ਗਾਈਡਲਾਈਨਸ ਸੀਗੀਆਂ ਜਿਹੜੀਆਂ ਜੋ ਕਰੋਨਾ ਮਹਾਂਮਾਰੀ ਦੇ ਵਾਸਤੇ ਜੋ ਪ੍ਰੀਕਾਸ਼ਨ ਸੀਗੇ ਉਹਨਾਂ ਨੂੰ ਫਾਲੋ ਕੀਤਾ ਸੀ, ਪਰ ਇਸ ਵਾਰੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਆ ਉਸ ਚੀਜ਼ ਨੂੰ ਫਾਲੋ ਨਹੀਂ ਕਰਦੇ। ਦੂਸਰੀ ਗੱਲ ਇਹ ਕਿ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਹੋ ਰਹੀਆਂ ਆ, ਅਸੀਂ ਕੱਲ੍ਹ ਇੱਕ ਪ੍ਰਸ਼ਾਸਨਿਕ ਅਧਿਕਾਰੀ ਦਾ ਬਿਆਨ ਦੇਖ ਰਹੇ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਆਫ ਦੀ ਰਿਕਾਰਡ ਗੱਲ ਆ। ਉਹਨਾਂ ਨੇ ਕਿਹਾ ਜੀ ਇੱਕ ਜਿਹੜੀਆਂ ਹਦਾਇਤਾਂ ਆ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਨ ਵਾਸਤੇ ਅੱਗੇ ਹੇਠਾਂ ਜਿਹੜਾ ਪ੍ਰਸ਼ਾਸਨਿਕ ਅਮਲਾ ਆ ਉਹਦੇ ਵਿੱਚ ਅਸੀਂ ਜਦ ਤੱਕ ਹੇਠ ਲੈਵਲ ਤੱਕ ਪਹੁੰਚਾਉਂਦੇ ਹਾਂ ਉਨੀ ਦੇਰ ਤੱਕ ਨਵੀਆਂ ਗਾਈਡਲਾਈਨ ਆ ਜਾਂਦੀਆਂ ਕਿ ਮੰਨ ਲਓ ਜਿਵੇਂ 1 ਘੰਟੇ ਦੇ ਵਿੱਚ ਸਾਰਾ ਜੋ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਉਹਨੂੰ ਉਸ ਚੀਜ਼ ਨੂੰ ਹੇਠਲੇ। ਸੰਧਾ ਸਾਹਿਬ, ਲੱਗਦਾ ਨਹੀਂ ਸਰਕਾਰ ਜਿਹੜੀ ਆ ਖੁਦ ਕਨਫਿਊਜ਼ ਹੋਈ ਪਈ ਆ, ਕਿਉਂਕਿ ਸਰਕਾਰ ਵੀ ਮੇਰੇ ਖਿਆਲ ਨਾਲ ਸਰਕਾਰ ਸਮਝਦੀ ਆ ਵੀ ਲੋਕਾਂ ਦੇ ਜਿਹੜੇ ਕਾਰੋਬਾਰ ਆ ਸਾਲ ਤੋਂ ਉੱਪਰ ਹੋ ਗਿਆ ਅਸੀਂ ਇਸ ਮਹਾਂਮਾਰੀ ਦੇ ਨਾਲ ਲੜ ਰਹੇ ਹਾਂ, ਅਤੇ ਸਰਕਾਰ ਸ਼ਾਇਦ ਕਿਤੇ ਨਾ ਕਿਤੇ ਸਮਝਦੀ ਆ ਵੀ ਲੋਕ ਜਿਹੜੇ ਆ ਲੋਕਾਂ ਦੇ ਕਾਰੋਬਾਰ ਪਹਿਲਾਂ ਲੀਹ ਤੋਂ ਲੱਥੇ ਆ ਅਤੇ ਇਸ ਕਰਕੇ ਸਰਕਾਰ ਵੀ ਕਨਫਿਊਜ਼ ਆ। ਦੇਖੋ ਦਿਓਲ ਸਾਹਿਬ, ਇਸ ਵੇਲੇ ਹਾਲਾਤ ਇਹ ਬਣੇ ਹੋਏ ਆ ਕਿ ਪਿਛਲੇ ਸਾਲ ਜੋ ਹਾਲਾਤ ਸੀਗੇ ਉਹਨਾਂ ਦੇ ਨਾਲੋਂ ਅੱਜ ਹਾਲਾਤ ਬੱਤਰ ਨੇ, ਅਤੇ ਇਸ ਗੱਲ ਨੂੰ ਵੀ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਭਲੀ ਭਾਂਤ ਜਾਣਦੇ ਆ ਕਿ ਲੋਕਾਂ ਦੇ ਕੰਮ ਜਿਹੜੇ ਉਹ ਲੀਹੋਂ ਲੱਥੇ ਆ। ਇਸ ਕਰਕੇ ਪੰਜਾਬ ਸਰਕਾਰ ਨੇ ਬੜੇ ਹੀ ਸੂਝ ਬੂਝ ਦੇ ਨਾਲ ਇਸ ਚੀਜ਼ ਨੂੰ ਜਿੰਨਾ ਅੱਗੇ ਕੀਤਾ ਜਾ ਸਕਦਾ ਸੀ ਕੀਤਾ ਉਹਨਾਂ ਨੇ ਲੋਕਡਾਊਨ ਨੂੰ। ਪਰ ਹਾਲਾਤ ਦੇਖੋ ਅੱਜ ਇੱਦਾਂ ਦੇ ਹੋ ਗਏ ਆ, ਜਿਸ ਤਰੀਕੇ ਦੇ ਨਾਲ ਮੈਂ ਕੱਲ੍ਹ ਇੱਕ ਰਿਪੋਰਟ ਦੇਖ ਰਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ 890 ਕੇਸ ਇੱਕ ਉਸ ਸ਼ਹਿਰ ਦੇ ਵਿੱਚੋਂ ਆ ਗਏ। ਜੇ ਇੱਕ ਸ਼ਹਿਰ ਦੇ ਵਿੱਚੋਂ ਇੰਨੇ ਕੇਸ ਆ ਰਹੇ ਆ ਜਿੱਥੇ ਕਿ ਬਹੁਤ ਪੜ੍ਹੇ ਲਿਖੇ ਇਨਸਾਨ ਆ ਜਿਹੜੇ ਰੂਲਸ ਅਤੇ ਗਾਈਡਲਾਈਨਸ ਨੂੰ ਫਾਲੋ ਕਰਦੇ ਆ, ਇੱਥੇ ਸਾਡੇ ਜੇ ਅਸੀਂ ਪਿੰਡਾਂ ਦੀ ਗੱਲ ਕਰੀਏ, ਰੱਬ ਨਾ ਕਰੇ ਕਿ ਪਿੰਡਾਂ ਤੱਕ ਇਹਦਾ ਪ੍ਰਕੋਪ ਜਾਂਦਾ ਆ ਤਾਂ ਹਾਲਾਤ ਹੋਰ ਮਾੜੇ ਹੋ ਸਕਦੇ। ਇਸ ਕਰਕੇ ਜੋ ਸਰਕਾਰ ਵੱਲੋਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਸੀ ਲੋਕਾਂ ਨੂੰ ਰਿਲੈਕਸੇਸ਼ਨ ਦਿੱਤੀ ਗਈ ਆ, ਪਰ ਅੱਜ ਜਿੱਥੇ ਆ ਕੇ ਉਹ ਤੁਹਾਡੀ ਗੱਲ ਕਹਿਣ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਕਨਫਿਊਜ਼ਨ ਆ, ਉਹ ਕਨਫਿਊਜ਼ਨ ਮੈਂ ਕਹਿੰਦਾ ਉਹ ਹਰ ਵਿਅਕਤੀ ਦੇ ਮਨ ਦੇ ਵਿੱਚ ਹੈਗੀ ਆ। ਕਿਉਂਕਿ ਅੱਜ ਤੁਸੀਂ ਦੇਖੋ ਕੱਲ੍ਹ ਸੀ 11 ਵਜੇ ਤੱਕ ਸਾਰਾ ਕੁਝ ਜਿਹੜਾ ਬਾਜ਼ਾਰ ਖੁੱਲ੍ਹਣੇ ਆ, ਅੱਜ ਨਵੀਆਂ ਗਾਈਡਲਾਈਨ ਜਿਹੜੀਆਂ ਮੇਰੇ ਖਿਆਲ 'ਚ ਪਤਾ ਨਹੀਂ 3 ਕਿ 4 ਵਾਰੀ ਰਿਵਾਈਜ਼ ਹੋ ਕੇ ਆ ਗਈਆਂ ਕਿ 5 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ। ਅਤੇ ਉਹ ਮਤਲਬ ਸਰਕਾਰ ਕਿਤੇ ਨਾ ਕਿਤੇ ਜਿਹੜਾ ਆ ਉਹ ਜਿੱਥੇ ਲੋਕਾਂ ਦੇ ਕਾਰੋਬਾਰ ਬਚਾਉਣੇ ਚਾਹੁੰਦੀ ਹੈ ਉੱਥੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਵੀ ਸੁਹਿਰਦਾ। ਸੰਧਾ ਸਾਹਿਬ, ਜਿਹੜੇ ਦੁਕਾਨਾਂ ਜਿਹੜੀਆਂ ਬੰਦ ਹੋਈਆਂ ਵਾ, ਗੈਰ ਜ਼ਰੂਰੀ ਦੁਕਾਨਾਂ ਜਿਹੜੀਆਂ ਬੰਦ ਹੈ, ਉਸ ਲਗਾਤਾਰ ਸਰਕਾਰ ਦਾ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਦੀ ਜਿਹੜੀਆਂ ਫੀਸਾਂ ਕਿੱਥੋਂ ਦੇਣੀਆਂ, ਅਸੀਂ ਦੁਕਾਨਾਂ ਦਾ ਕਿਰਾਇਆ ਕਿੱਥੋਂ ਦੇਣਾ। ਲੱਗਦਾ ਨਹੀਂ ਸਰਕਾਰ ਨੂੰ ਇਹਨਾਂ ਲੋਕਾਂ ਦੀ ਕੋਈ ਵਿੱਤੀ ਸਹਾਇਤਾ ਕਰਨੀ ਚਾਹੀਦੀ? ਦੇਖੋ ਦਿਓਲ ਸਾਹਿਬ, ਗੱਲ ਜਿੱਥੇ ਵਿੱਤੀ ਸਹਾਇਤਾ ਦੀ ਆ ਜਾਂਦੀ ਆ, ਦੇਸ਼ ਦੇ ਵਿੱਚ ਕਈ ਜਗ੍ਹਾ 'ਤੇ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਜਿਹੜੇ ਉੱਥੋਂ ਦੇ ਉਹਨਾਂ ਦੇ ਵਾਸੀ ਆ ਉਹਨਾਂ ਦੀਆਂ ਇਹਨਾਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਦੀ ਮਦਦ ਕਰ ਰਹੀ ਹੈ। ਤੁਸੀਂ ਦਿੱਲੀ ਦੀ ਉਦਾਹਰਨ ਲੈ ਲਓ, ਉੱਥੇ ਉਹਨਾਂ ਨੇ ਜਿਹੜੇ ਰਿਕਸ਼ਾ ਚਾਲਕ ਸੀਗੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ 5-5 ਹਜ਼ਾਰ ਰੁਪਈਆ ਉਹਨਾਂ ਨੇ ਉਹਨਾਂ ਦੇ ਖਾਤਿਆਂ 'ਚ ਪਾਇਆ।
ਜਾਂ ਜਿਹੜੇ ਲੋਕ ਗਰੀਬ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ 2 ਜਾਂ 3 ਮਹੀਨਿਆਂ ਦਾ ਰਾਸ਼ਨ ਜਿਹੜਾ ਆ ਉਹਨਾਂ ਦੇ ਰਾਸ਼ਨ ਕਾਰਡ 'ਤੇ ਮੁਹੱਈਆ ਕਰਾਂਗੇ। ਹੁਣ ਇੱਥੇ ਗੱਲ ਇਹ ਆ ਜਾਂਦੀ ਆ ਕਿ ਜਦੋਂ ਜਾਨ ਦੇ ਲਾਲੇ ਪਏ ਹੋਣ ਦਿਓਲ ਸਾਹਿਬ, ਉਦੋਂ ਜਾਨਾਂ ਬਚਾਉਣੀਆਂ ਵੱਡੀ ਗੱਲ ਹੁੰਦੀ ਆ ਕਿ ਲੋਕਾਂ ਦੀ ਜਾਨ ਬੜੀ ਕੀਮਤੀ ਆ, ਉਹਨੂੰ ਬਚਾਇਆ ਜਾ ਸਕੇ। ਪਰ ਨਾਲ ਦੀ ਨਾਲ ਸਰਕਾਰਾਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ, ਜੇ ਆਪਾਂ ਦੇਖੋ ਤੁਸੀਂ ਪਿਛਲੇ ਸਾਲ ਜਿਵੇਂ ਹੋਇਆ, ਪਿਛਲੇ ਸਾਲ ਜਦੋਂ ਲੋਕਡਾਊਨ ਲੱਗਾ ਆ ਤੇ ਸਰਕਾਰ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਸੰਤਾਂ ਮਹਾਂਪੁਰਸ਼ਾਂ ਨੇ ਆਪਣੇ ਆਪਣੇ ਲੈਵਲ 'ਤੇ ਜਿਹੜਾ ਜਾ ਕੇ ਲੋਕਾਂ ਦੀ ਮਦਦ ਕੀਤੀ। ਲੋਕਾਂ ਨੇ ਵੀ ਜਦੋਂ ਪਤਾ ਲੱਗਾ ਕਿ ਲੋਕਡਾਊਨ ਲੱਗਣਾ, ਕਰਫਿਊ ਲੱਗਣਾ, ਤਾਂ ਲੋਕਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਰਾਸ਼ਨ ਜਿਹੜਾ ਉਹ ਇਕੱਠਾ ਕਰ ਲਿਆ ਸੀ। ਪਰ ਇਸ ਵਾਰੀ ਇਹ ਗੱਲ ਹੋਈ ਕਿ ਉਹ ਪਿਛਲੀ ਵਾਰੀ ਉਹ ਗੱਲ ਹੋ ਗਈ ਕਿ ਪਿਛਲੀ ਵਾਰੀ ਦਾ ਜਿਹੜਾ ਤਜਰਬਾ ਸੀ ਲੋਕਾਂ ਦਾ, ਉਹਨਾਂ ਨੂੰ ਇੰਝ ਲੱਗਾ ਕਿ ਨਹੀਂ ਕਰੋਨਾ ਕੁਝ ਨਹੀਂ ਆ। ਪਰ ਆ ਜੋ ਹੁਣ ਇਸ ਵੇਲੇ ਹਾਲਾਤ ਨੇ, ਅਸੀਂ ਹੱਥ ਜੋੜ ਕੇ ਅਪੀਲ ਕਰਨੀ ਚਾਹਾਂਗੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਕਿ ਇਸ ਮਹਾਂਮਾਰੀ ਤੋਂ ਬਚਿਆ ਜਾਵੇ, ਕਿਉਂਕਿ ਇਹ ਹੈ ਆ ਜ਼ਮੀਨੀ ਪੱਧਰ 'ਤੇ ਬਹੁਤ ਜਲਦੀ ਇਹ ਫੈਲ ਰਹੀ ਆ। ਇਸ ਕਰਕੇ ਸਰਕਾਰ, ਜਿੱਥੇ ਵੇਖੋ ਸਰਕਾਰ ਨੇ ਆਪਣੇ ਮੁਲਕ ਦੇ ਲੋਕਾਂ ਨੂੰ, ਉਹਨਾਂ ਦੇ ਰਹਿਣ ਸਹਿਣ ਵਾਸਤੇ ਉਹਨਾਂ ਦਾ ਖਿਆਲ ਰੱਖਣਾ, ਤੇ ਸਭ ਤੋਂ ਮੇਨ ਗੱਲ ਆ ਉਹਨਾਂ ਨੂੰ ਬਚਾਉਣਾ। ਬਿਲਕੁਲ ਸੰਧਾ ਸਾਹਿਬ, ਤੁਹਾਡੀ ਗੱਲ ਰੁਕਦੀ, ਮੈਂ ਇਹਨਾਂ ਥੋੜ੍ਹਾ ਇੱਥੇ ਕੁਛ ਐਡ ਕਰੂੰਗਾ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਦਿੱਲੀ ਵਰਗਿਆਂ ਦੇ ਵਿੱਚ, ਕੋਲਕਾਤਾ, ਇਹਨਾਂ ਦੇ ਵਿੱਚ ਜਿਹੜੇ ਹਾਲਾਤ ਹੋਏ ਆ, ਔਰ ਉੱਥੋਂ ਦਾ ਜਿਹੜਾ ਸਿਹਤ ਸਿਸਟਮ, ਸਾਡੇ ਜਿਹੜੇ ਇਹ ਏਰੀਆ ਸਾਡਾ, ਜਿਹੜੇ ਇਹਨਾਂ ਕਸਬਿਆਂ ਦੇ ਵਿੱਚ, ਤੇ ਸਿਹਤ ਸਿਸਟਮ ਵੀ ਜਿਹੜਾ ਕਿਸੇ ਤੋਂ ਕੀ ਆ ਲੁਕਿਆ ਨਹੀਂ ਆ। ਅਤੇ ਇੱਥੇ ਮੇਰੇ ਖਿਆਲ ਨਾਲ ਲੋਕਾਂ ਨੂੰ ਹੋਰ ਜ਼ਿਆਦਾ ਜਿਹੜੀਆਂ ਹਦਾਇਤਾਂ ਜਿਹੜੀਆਂ ਸਰਕਾਰ ਜਿਹੜੀਆਂ ਜਾਰੀ ਕਰਦੀਆਂ, ਪਾਲਣਾ ਕਰਨੀ ਚਾਹੀਦੀ। ਦੇਖੋ ਇਹ ਇੱਥੇ ਗੱਲ ਸਾਫ਼ ਜੀ ਆ। ਹੁਣ ਉਹ ਸਿਆਣੇ ਕਹਿੰਦੇ ਹੁੰਦੇ, ਝੱਗਾ ਚੁੱਕੀਏ ਤੇ ਢਿੱਡ ਆਪਣਾ ਨੰਗਾ ਹੁੰਦਾ। ਸਾਡੇ ਮੁਲਕ ਦਾ ਸਿਹਤ ਸਿਸਟਮ ਜਿਹੜਾ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ। ਦਿੱਲੀ 'ਚ ਕੀ ਹਾਲਾਤ ਬਣੇ ਹੋਏ ਸੀ ਲੋਕਾਂ ਨੂੰ, ਕਿਉਂਕਿ ਆਪਾਂ ਜੇ ਪਿਛਲੇ ਸਾਲ ਦੇ ਮੁਕਾਬਲੇ ਇਹਦਾ ਕੰਪੈਰੀਜ਼ਨ ਕਰੀਏ, ਤੇ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਕਿ ਆਕਸੀਜਨ ਲੈਵਲ ਜਿਹੜਾ ਸੀ ਲੋਕਾਂ ਦਾ ਨਹੀਂ ਘਟਿਆ ਸੀ, ਲੋਕਾਂ ਨੂੰ ਆਕਸੀਜਨ ਦੀ ਲੋੜ ਨਹੀਂ ਪਈ ਸੀ। ਇਸ ਕਰਕੇ ਹਾਲਾਤ ਜਿਹੜੇ ਸੀ ਨਾ, ਆਮ ਹਰ ਇੱਕ ਉਹ ਆਮ ਆਪਾਂ ਕਹਿੰਦੇ ਸੁਣੇ ਦੇਖੇ ਸੀ ਲੋਕਾਂ ਨੂੰ, ਉਹ ਕਿਹੜਾ ਕਰੋਨਾ। ਅੱਜ ਜਦੋਂ ਜ਼ਮੀਨੀ ਲੈਵਲ 'ਤੇ ਜਾ ਕੇ ਆਪਾਂ ਦੇਖਦੇ ਹਾਂ ਨਾ ਮੈਡੀਕਲ ਸਟੋਰਾਂ 'ਤੇ, ਤਾਂ ਧੜਾ ਧੜ ਆਕਸੀਮੀਟਰ ਵਿਕ ਰਹੇ ਆ, ਕਿਉਂਕਿ ਲੋਕਾਂ ਦਾ ਆਕਸੀਜਨ ਲੈਵਲ ਘਟ ਰਿਹਾ ਆ। ਜਿਹੜਾ ਬੰਦਾ ਇਹਦੀ ਚਪੇਟ 'ਚ ਆ ਜਾਂਦਾ ਆ, ਦੇਖੋ ਇਹ ਮਹਾਂਮਾਰੀ ਇਸ ਤਰ੍ਹਾਂ ਦੀ ਆ, ਇਹਦੀ ਜਦ ਤੱਕ ਇਹਦੀ ਚੇਨ ਨਹੀਂ ਬ੍ਰੇਕ ਹੁੰਦੀ, ਜਦ ਤੱਕ ਪਿਛਲੇ ਸਾਲ ਤੁਸੀਂ ਦੇਖੋ ਜਦੋਂ ਸਾਰਾ ਵਿਸ਼ਵ ਜੂਝ ਰਿਹਾ ਸੀ, ਤਾਂ ਉਸ ਟਾਈਮ 'ਤੇ ਪੰਜਾਬ ਸਰਕਾਰ ਨੇ ਲੋਕਡਾਊਨ ਤੋਂ ਬਾਅਦ ਕਰਫਿਊ ਇੰਪਲੀਮੈਂਟ ਕੀਤਾ ਸੀ, ਤੇ ਜਿਹਦਾ ਅਸਰ ਜਿਹੜਾ ਆ ਬਹੁਤ ਵਧੀਆ ਤਰੀਕੇ ਨਾਲ, ਬਹੁਤ ਸਾਫ਼ ਦਿਸਿਆ ਸੀ। ਲੋਕਾਂ ਨੇ ਆਪਣੇ ਆਪ ਨੂੰ ਸਮਝਿਆ ਸੀ ਕਿ ਸਾਨੂੰ ਸਾਡੀਆਂ ਜਾਨਾਂ ਦੀ ਜ਼ਰੂਰਤ ਆ। ਪਰ ਹਾਲਾਤ ਅੱਜ ਇਹ ਹੋ ਗਏ ਕਿ ਪਿਛਲੇ ਸਾਲ ਦਾ ਤਜਰਬਾ ਦੇਖ ਕੇ ਲੋਕ ਅੱਜ ਬਾਜ਼ਾਰਾਂ ਦੇ ਵਿੱਚ ਉਵੇਂ ਘੁੰਮ ਰਹੇ ਆ, ਜਦ ਕਿ ਹਾਲਾਤ ਬੱਤਰ ਨੇ। ਲੋਕਾਂ ਨੂੰ ਦੇਖੋ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਾਉਣਾ, ਹੱਥਾਂ ਦੀ ਸਫਾਈ ਕਰਨੀ ਜ਼ਰੂਰੀ ਸੀ ਇਹ। ਪਰ ਹਾਲਾਤ ਕੀ ਹੈ, ਜ਼ਮੀਨੀ ਹਾਲਾਤ ਅੱਜ ਵੀ ਜਾ ਕੇ ਤੁਸੀਂ ਦੇਖ ਲਓ, ਲੋਕ ਫਾਲੋ ਨਹੀਂ ਕਰ ਰਹੇ। ਸੰਧਾ ਸਾਹਿਬ, ਸੰਕਰਮਣ ਜਿਹੜਾ ਹੈ ਕਰੋਨਾ ਦਾ ਸੰਕਰਮਣ, ਉਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ? ਕੀ ਕਹੋਗੇ? ਤੇ ਦੇਖੋ, ਮੈਂ ਹਰ ਇੱਕ ਬੰਦੇ ਦੀ ਆਪਣੀ ਅੱਡ ਅੱਡ ਰਾਏ ਹੋ ਸਕਦੀ ਆ। ਸਰਕਾਰ ਦੇ ਕੋਲ ਬਹੁਤ ਪੜ੍ਹੇ ਲਿਖੇ ਜਿਹੜੇ ਆ ਉਹਨਾਂ ਦੇ ਸਲਾਹਕਾਰ ਬੈਠੇ ਆ, ਪਰ ਜਿੱਥੋਂ ਤੱਕ ਬੀਤੇ ਦਿਨੀ ਮੈਂ ਇੱਕ ਡਾਕਟਰ ਸੀਗੇ, ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਵੇਖੋ ਜੇ ਇਹਨੂੰ ਰੋਕਣਾ ਨਾ, ਤਾਂ ਇਹ ਸਪਸ਼ਟ ਜੀ ਗੱਲ ਹੈ ਕਿ ਜਦ ਤੱਕ ਇਹਦੀ ਚੇਨ ਨਹੀਂ ਟੁੱਟਦੀ, ਇਹਨੂੰ ਰੋਕਣਾ ਸੌਖਾ ਨਹੀਂ। ਦੇਖੋ ਆਪਾਂ ਗੱਲ ਕਰਦੇ ਹਾਂ ਕਿ ਇੱਕ ਜਿਹੜਾ ਬੰਦਾ ਇਸ ਮਹਾਂਮਾਰੀ ਤੋਂ ਗ੍ਰਸਤ ਆ, ਜਦੋਂ ਉਹ ਪਬਲਿਕ ਪਲੇਸ 'ਤੇ ਜਾਊਗਾ, ਜਦੋਂ ਉਹ ਬੱਸ 'ਚ ਚੜ੍ਹੂਗਾ, ਜਦੋਂ ਉਹ ਕਿਸੇ ਪ੍ਰੋਗਰਾਮ 'ਚ ਜਾਊਗਾ, ਤਾਂ ਫਿਰ ਉੱਥੇ ਜਾ ਕੇ ਉਹ ਕੁਦਰਤੀ ਹੈ ਕਿ ਜਿਹੜੇ ਬੰਦੇ ਉਹਦੇ 'ਚ ਸੰਪਰਕ 'ਚ ਆਉਣਗੇ। ਹੁਣ ਤੁਸੀਂ ਦੇਖੋ ਪਿਛਲੇ ਸਾਲ ਇਹ ਸੀ ਕਿ ਜਿਹੜੇ ਬੰਦੇ ਬਿਮਾਰੀਆਂ ਦੇ ਗ੍ਰਸੇ ਹੋਏ ਬੰਦੇ ਆ, ਜਿਨ੍ਹਾਂ ਦੀ ਇਮਿਊਨਿਟੀ ਘੱਟ ਆ, ਉਹ ਇਹਦੇ ਚਪੇਟ 'ਚ ਆ ਰਹੇ ਸੀ। ਪਰ ਅੱਜ ਹਾਲਾਤ ਕੀ ਆ, ਇੱਕ ਤੰਦਰੁਸਤ ਬੰਦਾ ਵੀ ਇਹਦੀ ਚਪੇਟ 'ਚ ਆ ਰਿਹਾ, ਕਿਉਂਕਿ ਇਹਦੇ ਸਿੰਪਟਮਸ ਬਦਲਦੇ ਰਹੇ ਆ। ਅਤੇ ਇਸ ਗੱਲ ਨੂੰ ਲੈ ਕੇ ਇਹ ਮੇਰੇ ਹਿਸਾਬ ਨਾਲ ਡਾਕਟਰ ਵੀ ਬੜੇ ਚਿੰਤਤ ਆ, ਕਿਉਂਕਿ ਜੇ ਇਹਨੂੰ ਰੋਕਣਾ ਤਾਂ ਇਹਦਾ ਮੇਰੇ ਹਿਸਾਬ ਨਾਲ ਇਹਦਾ ਹੱਲ ਇਹ ਆ ਕਿ ਸਰਕਾਰ ਨੂੰ
ਲੋਕਾਂ ਨੂੰ ਇੱਕ ਵਾਰੀ ਇਹ ਹਦਾਇਤ ਜਾਰੀ ਕਰ ਦੇਣੀ ਚਾਹੀਦੀ ਹੈ ਵੀ ਭਾਈ 10 ਦਿਨਾਂ ਦਾ ਰਾਸ਼ਨ ਆਪਣੇ ਘਰਾਂ 'ਚ ਰੱਖ ਲਓ। ਸਾਨੂੰ ਇੱਕ ਵਾਰੀ ਬਿਲਕੁਲ ਬੰਦ ਕਰਨਾ ਪੈਣਾ, ਇਹਦੀ ਚੇਨ ਨੂੰ ਬ੍ਰੇਕ ਕਰਨਾ ਪੈਣਾ। ਚੇਨ ਟੁੱਟੂਗੀ ਤੇ ਮਹਾਮਾਰੀ ਤੇ ਬ੍ਰੇਕ ਲੱਗੂਗੀ। ਤਾਂ ਮਤਲਬ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਜਿਹੜੀ ਆ ਰਾਹਤ ਦੇ ਸਕਦੇ ਆ, ਕਰਫਿਊ ਜਿਹੜਾ ਕਰਫਿਊ ਲਾਇਆ ਇਹਦਾ ਟਾਈਮ ਵਧਾ ਸਕਦੇ ਆ। ਦੇਖੋ ਪਿਛਲੀ ਵਾਰੀ ਕੀ ਹੋਇਆ ਸੀ ਦਿਓਲ ਸਾਹਿਬ, ਜਦੋਂ ਕਰਫਿਊ ਇੰਪਲੀਮੈਂਟ ਹੁੰਦਾ ਆ ਤੇ ਨਾਲ ਦੀ ਨਾਲ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ, ਇੱਕ ਤਾਂ ਦੇਖੋ ਆਟਾ ਦਾਲ ਸਕੀਮ ਪਹਿਲਾਂ ਸਰਕਾਰ ਦੀ ਚੱਲ ਰਹੀ ਆ, ਫਿਰ ਇਹਨਾਂ ਨੇ ਆਪਣੇ ਪੱਧਰ ਤੇ ਇੱਕ ਜਿਹੜੇ ਬੈਗ ਸੀ ਬਣਾ ਕੇ ਜਿਹਦੇ ਵਿੱਚ ਲੋੜੀਂਦੀਆਂ ਚੀਜ਼ਾਂ ਸੀਗੀਆਂ ਤੁਹਾਡੇ ਘਰ ਦੀਆਂ ਰਾਸ਼ਨ ਦੀਆਂ, ਖੰਡ ਪੱਤੀ ਘਿਓ ਤੇਲ ਉਹ ਸਾਰਾ ਕੁਝ ਉਹਦੇ 'ਚ ਸੀਗਾ, ਚੌਲ ਸੀਗੇ, ਉਹ ਸਰਕਾਰ ਨੇ ਦਿੱਤਾ। ਉਹਦੇ ਬੈਗ ਬਣਾ ਕੇ ਹਰੇਕ ਜ਼ਰੂਰਤਮੰਦ ਤੱਕ ਪਹੁੰਚਦੇ ਕੀਤੇ। ਇਹ ਸਮਾਂ ਹੁੰਦਾ ਆ, ਸਰਕਾਰਾਂ ਦੇ ਕੋਲ ਇਹ ਇੰਨਾ ਕਰਨ ਦੀ ਪਾਵਰ ਵੀ ਹੁੰਦੀ ਆ, ਪਰ ਗੱਲ ਹੈਗੀ ਆ ਮੇਨ, ਅਸੀਂ ਪਹਿਲਾਂ ਆਪਣੇ ਦੇਸ਼ ਦੇ ਵਸਿੰਦਿਆਂ ਨੂੰ ਵੀ ਬਚਾਈਏ, ਨਾਗਰਿਕ ਆ ਜਿਹੜੇ ਸਾਡੇ ਜਿਨ੍ਹਾਂ ਦੀਆਂ ਜਾਨਾਂ ਬਹੁਤ ਕੀਮਤੀ, ਉਹਨਾਂ ਨੂੰ ਤਾਂ ਬਚਾਈਏ। ਸੰਧਾ ਸਾਹਿਬ, ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ, ਰੋਸ ਹੈ ਕਿ ਜਦੋਂ ਪਿਛਲੀ ਵਾਰੀ ਜਿਹੜਾ ਕਰਫਿਊ ਲੱਗਾ ਸੀਗਾ, ਸਰਕਾਰ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਤਾਂ ਡੱਕਤਾ, ਪਰ ਉਸ ਤੋਂ ਬਾਅਦ ਸਕੂਲਾਂ ਵਾਲਿਆਂ ਨੇ ਫੀਸਾਂ ਵੀ ਲਈਆਂ ਪ੍ਰੋਪਰ, ਬਿਜਲੀ ਦੇ ਬਿੱਲ ਵੀ 10 11 12 ਪ੍ਰਤੀ ਯੂਨਿਟ ਆਏ, ਲੋਕਾਂ ਨੇ ਉਹ ਵੀ ਦਿੱਤੇ, ਲੋਕਾਂ ਦੇ ਕੋਲੋਂ EMI ਵੀ ਲਈਆਂ ਗਈਆਂ। ਲੋਕਾਂ ਦਾ ਰੋਸ ਹੈ ਕਿ ਸਰਕਾਰ ਸਿਰਫ ਤੇ ਸਿਰਫ ਸਾਡੇ ਤੇ ਮਤਲਬ ਜ਼ਬਰਦਸਤੀ ਸਾਡੇ ਕਾਰੋਬਾਰ ਬੰਦ ਕਰਵਾ ਰਹੀ ਹੈ, ਪਰ ਸਾਡੇ ਮਤਲਬ ਆਰਥਿਕ ਜਿਹੜਾ ਅਸੀਂ ਵੀਕ ਹੋ ਰਹੇ ਹਾਂ ਉਹਦੇ ਬਾਰੇ ਕੋਈ ਵਿੱਤੀ ਸਹਾਇਤਾ ਨਹੀਂ ਕਰ ਰਹੀ। ਕੀ ਕਹੋਗੇ ਸਰਕਾਰ ਨੂੰ? ਦੇਖੋ ਦਿਓਲ ਸਾਹਿਬ, ਦੇਖੋ ਕੀ ਕਹਿੰਦੇ ਹੁੰਦੇ ਆ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜੇ ਜਿੰਨੀ ਦੇਰ ਤੱਕ ਕਿਸੇ ਬੰਦੇ ਦੇ ਘਰੇ ਆਮਦਨ ਨਹੀਂ ਆਉਂਦੀ, ਦੇਖੋ ਅੱਜ ਖਰਚੇ ਉਵੇਂ ਦੇ ਉਵੇਂ ਖੜੇ ਆ। ਹਰ ਇੱਕ ਬੰਦੇ ਦਾ ਬਿਜਲੀ ਦਾ ਬਿੱਲ, ਉਹਦੇ ਮੋਬਾਈਲ ਦਾ ਬਿੱਲ, ਉਹਦੇ ਬੱਚਿਆਂ ਦੀ ਟਿਊਸ਼ਨ ਫੀਸ, ਫਿਰ ਉਹਨਾਂ ਨੇ ਜਿਹੜਾ ਖਾਣਾ ਪੀਣਾ, ਜੋ ਉਹ ਮਤਲਬ ਜ਼ਿੰਦਗੀ ਜੀਣ ਵਾਸਤੇ ਰੋਟੀ ਪਾਣੀ ਖਾਣਾ ਹੁੰਦਾ। ਹੁਣ ਜਿਨ੍ਹਾਂ ਨੂੰ ਤਾਂ ਆਟਾ ਦਾਲ ਸਕੀਮ ਦੇ ਨਾਲ ਜਿਨ੍ਹਾਂ ਦੇ ਘਰੇ 3-3 ਮਹੀਨਿਆਂ ਦਾ ਰਾਸ਼ਨ ਆ ਗਿਆ, ਠੀਕ ਹੈ, ਪਰ ਕਈ ਇੱਦਾਂ ਦੇ ਵਰਗ ਦੇ ਵਿੱਚ ਵੀ ਲੋਕ ਹੈਗੇ ਆ ਜਿਨ੍ਹਾਂ ਦੇ ਨਹੀਂ ਉਹ ਕਾਰਡ ਬਣੇ, ਜਿਹੜੇ ਬੰਦੇ ਅੱਜ ਮਤਲਬ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋਏ ਪਏ ਆ। ਹੁਣ ਉਹ ਬੰਦੇ ਜਿਹੜੇ ਆ ਉਹ ਜੀਣਗੇ ਤਾਂ ਉਹਨਾਂ ਨੂੰ ਖਾਣਾ ਵੀ ਚਾਹੀਦਾ, ਉਹਨਾਂ ਦੇ ਬੱਚਿਆਂ ਦੀ ਉਹਨਾਂ ਨੇ ਫੀਸ ਵੀ ਪੇ ਕਰਨੀ ਹੈ, ਉਹਨਾਂ ਨੇ ਬਿਜਲੀ ਦੇ ਬਿੱਲ ਵੀ ਦੇਣੇ ਆ। ਹੁਣ ਇੱਥੇ ਆ ਕੇ ਜ਼ਿੰਮੇਵਾਰੀ ਬਣ ਜਾਂਦੀ ਸਰਕਾਰ ਦੀ ਕਿ ਸਰਕਾਰ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਆਪਣੇ ਨਾਗਰਿਕਾਂ ਨੂੰ ਜਿੱਥੇ ਬਚਾਉਣ ਦਾ ਕੰਮ ਕਰ ਰਹੀ ਹੈ, ਉੱਥੇ ਉਹਨਾਂ ਦੀ ਜਿਹੜੇ ਆਰਥਿਕ ਤੌਰ ਤੇ ਜਿਹੜੇ ਉਹ ਕੰਗਾਲੀ ਤੇ ਆ ਗਏ ਆ। ਕਿਉਂਕਿ 1 ਸਾਲ ਪਿਛਲਾ ਜਿਹੜਾ ਸੀ ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਦਿਓਲ ਸਾਹਿਬ। ਅੱਜ ਹਾਲਾਤ ਕੀ ਬਣੇ ਹੋਏ ਨੇ ਕਿ ਲੋਕ, ਮੈਂ ਕੱਲ ਗੱਲ ਸੁਣ ਰਿਹਾ ਸੀ ਕਿ ਕਿਸੇ ਜਗ੍ਹਾ ਤੇ 100-150 ਦੁਕਾਨਦਾਰ ਆ ਕੇ ਜਿਹੜੇ ਉਹਨਾਂ ਨੇ ਕਿਹਾ ਜੀ ਅਸੀਂ ਮੁਜ਼ਾਹਰਾ ਕਰਾਂਗੇ, ਤੇ ਉੱਥੇ ਪੁਲਿਸ ਨੇ ਇਹ ਗੱਲ ਕਹੀ ਵੀ ਭਾਈ ਤੁਸੀਂ ਮੁਜ਼ਾਹਰਾ ਨਾ ਕਰੋ, ਤੁਸੀਂ ਇਕੱਠੇ ਹੋ ਰਹੇ ਹੋ, ਤੁਹਾਡੇ ਤੇ ਪਰਚਾ ਹੋ ਸਕਦਾ, ਤੁਸੀਂ ਇੱਦਾਂ ਕਰੋ ਵੀ 2-2 ਜਾਣੇ ਗੱਡੀਆਂ ਦੇ ਵਿੱਚ ਬਹਿ ਕੇ ਤੁਸੀਂ SDM ਨੂੰ ਜਾ ਕੇ ਮੰਗ ਪੱਤਰ ਦੇ ਦਿਓ ਕਿ ਵੇਖੋ ਜੀ ਸਾਡੇ ਹਾਲਾਤ। ਸੰਧਾ ਸਾਹਿਬ, ਅਖੀਰ 'ਚ ਪੰਜਾਬ ਸਰਕਾਰ ਨੂੰ ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ? ਦੇਖੋ ਦਿਓਲ ਸਾਹਿਬ, ਪੰਜਾਬ ਸਰਕਾਰ ਨੂੰ ਸਾਡੀ ਇਹੋ ਅਪੀਲ ਆ ਕਿ ਜਿਹੜੇ ਲੋਕ ਇਸ ਵੇਲੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਆ, ਜਿਹੜੇ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਆ, ਜਿਨ੍ਹਾਂ ਦੇ ਚੱਲ ਰਹੇ ਆ ਉਹ ਤਾਂ ਚਲੋ ਹੁਣ ਇਸ ਵੇਲੇ ਇਹ ਕਿਸੇ ਤੋਂ ਲੁਕਿਆ ਨਹੀਂ ਵੀ ਕਾਲਾ ਬਾਜ਼ਾਰੀ ਵੀ ਹੋਣ ਲੱਗ ਪੈਂਦੀ ਆ, ਹੈ ਨਾ। ਜਿਹੜੇ ਪਿਆਜ਼ 20 ਰੁਪਏ ਵਿਕਦੇ ਸੀ ਉਹ ਕੱਲ੍ਹ ਨੂੰ 40 ਰੁਪਏ ਵੀ ਹੋ ਜਾਣਗੇ, 60 ਵੀ ਹੋ ਜਾਣਗੇ, ਕੋਈ ਵੱਡੀ ਗੱਲ ਨਹੀਂ, ਉਹ ਤਾਂ ਕਮਾਈਆਂ ਕਰਨਗੇ ਦੁੱਗਣੀਆਂ ਚੌਗਣੀਆਂ। ਪਰ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਜਿਹੜੇ ਘਰਾਂ 'ਚ ਬਹਿ ਗਏ ਆ, ਸਰਕਾਰ ਨੂੰ ਉਹਨਾਂ ਦੀ ਵਿੱਤੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਦੂਜੇ ਸੂਬਿਆਂ ਦੀ ਤਰਜ਼ ਤੇ ਦੂਸਰਾ ਖਾਸ ਕਰਕੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਮਹਾਮਾਰੀ ਨੂੰ ਹਲਕੇ 'ਚ ਨਾ ਲਓ। ਇਹਦੇ ਲਈ ਸਰਕਾਰ ਦੇ ਜੋ ਵੀ ਦਿਸ਼ਾ ਨਿਰਦੇਸ਼ ਆਉਂਦੇ ਉਹਨਾਂ ਦੀ ਪਾਲਣਾ ਕਰੋ, ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ, ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੈਪਰੇਟ ਕਰੋ। ਕਿਉਂਕਿ ਜੋ ਹਾਲਾਤ ਨੇ ਦਿਓਲ ਸਾਹਿਬ, ਜੇ ਅਸੀਂ ਅੱਜ ਆਪਣੇ ਜੋ ਜਿੱਦਾਂ ਦੇ ਹਾਲਾਤ ਉਹਨਾਂ ਦੀ ਨਜ਼ਾਕਤ ਨੂੰ ਨਾ ਸਮਝਿਆ ਤੇ ਵੇਲਾ ਹੱਥ ਨਹੀਂ ਆਉਂਦਾ। ਇਸ ਕਰਕੇ ਘਰਾਂ 'ਚ ਰਹੋ, ਸੁਰੱਖਿਅਤ ਰਹੋ ਤੇ ਜੋ ਸਰਕਾਰ ਦੀਆਂ ਗਾਈਡਲਾਈਨਸ ਹੈਗੀਆਂ ਆ ਉਹਨਾਂ ਦੀ ਪਾਲਣਾ ਕਰੋ। ਸੋ ਇਹ ਸਨ ਸੀਨੀਅਰ ਪੱਤਰਕਾਰ ਸਰਬਜੋਤ ਸਿੰਘ ਸੰਧਾ। ਅਸੀਂ ਵੀ D5 Pro ਪੰਜਾਬੀ TV ਵੱਲੋਂ ਆਪ ਸਭ ਨੂੰ ਇਹੀ ਬੇਨਤੀ ਕਰਦੇ ਹਾਂ ਕਿ
ਇਸ ਵਾਇਰਸ ਨੂੰ ਮਜ਼ਾਕ 'ਚ ਨਾ ਲਓ। ਸਰਕਾਰ ਦੀਆਂ ਜਿਹੜੀਆਂ ਉਹ ਗਾਈਡਲਾਈਨ ਜਿਹੜੀਆਂ ਉਹਨਾਂ ਨੂੰ ਪ੍ਰੋਪਰ ਜਿਹਦੇ ਵਿੱਚ ਹੈਂਡ ਸੈਨੀਟਾਈਜ਼ ਔਰ ਮਾਸਕ ਪਹਿਨ ਕੇ ਚੱਲੋ, ਠੀਕ ਹੈ। ਅਤੇ ਇਸ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਵੀ ਇਹ ਜਿਹੜੀ ਬਿਮਾਰੀ ਆ ਆਪਣੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਸ ਵਾਇਰਸ ਤੋਂ ਜਾਣੂ ਕਰਵਾਓ। ਸੋ ਫਿਰ ਮਿਲਦੇ ਹਾਂ, ਧੰਨਵਾਦ।